ਵਰਲਡ ਪੰਜਾਬੀ ਕਾਂਗਰਸ ਦੀ 76ਵੇਂ ਹੋਣ ਵਾਲੇ 31ਵੇਂ ਆਲਮੀ ਪੰਜਾਬੀ ਕਾਨਫਰੰਸ ਵਿੱਚ ਮਹਾਨ ਸ਼ਾਇਰ ਜਿਹੜੇ ਦੋ ਪੰਜਾਬਾਂ 'ਚ ਨਹੀਂ ਬਲਕਿ ਦੁਨੀਆ ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਪੰਜਾਬੀਆਂ ਦੇ ਦਿਲ 'ਚ ਧੜਕਦੇ ਨੇ। ਮੇਰੀ ਮੁਰਾਦ ਏ ਗੁਰਬਚਨ ਸਿੰਘ ਗਿੱਲ ਹੋਰੀ, ਉਹ ਵੀ ਇਸ ਕਾਨਫਰੰਸ 'ਚ ਆਏ ਨੇ ਲਾਹੌਰ, ਅਤੇ ਨਾਲ ਸਾਡੀ ਭਰਜਾਈ ਵੀ, ਉਹਨਾਂ ਦੀ ਘਰਵਾਲੀ ਵੀ ਜਸਵਿੰਦਰ ਕੌਰ, ਉਹ ਦੋਨੋਂ ਮੌਜੂਦ ਨੇ। ਅਤੇ ਅਸੀਂ ਕਿਹਾ ਜਿਹੜਾ ਸੋਹਣਾ ਸੁਲੱਖਣਾ ਪਲ ਇਹਨੂੰ ਰਿਕਾਰਡ ਕਰ ਲਈਏ, ਅਤੇ ਉਹਨਾਂ ਨੂੰ ਪੁੱਛਣੇ ਆ ਕਿ ਉਹ ਪਹਿਲੇ ਵੀ ਆਉਂਦੇ ਨੇ ਔਰ ਬਹੁਤ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਇੱਥੇ, ਐਤਕੀ ਉਹਨਾਂ ਨੂੰ ਕੈਸਾ ਲੱਗਾ ਔਰ ਉਹ ਕੀ ਸੁਨੇਹਾ ਦੇਣਗੇ ਪੰਜਾਬੀਕਾ ਦੇ ਸੁਣਨ ਅਤੇ ਵੇਖਣ ਵਾਲਿਆਂ ਨੂੰ। ਜੀ ਜਨਾਬ। ਸਭ ਤੋਂ ਪਹਿਲਾਂ ਤਾਂ ਪੰਜਾਬੀਕਾ ਰਾਹੀਂ ਮੈਂ ਆਜ਼ਮ ਮਲਕਵੀਰ ਨੂੰ ਸ਼ੁਕਰਾਨਾ ਕਰਦਾ ਕਿ ਉਹ ਚੇਚਾ ਚੱਲ ਕੇ ਇਸਲਾਮਾਬਾਦ ਤੋਂ ਲਾਹੌਰ ਆਏ। ਔਰ ਸੱਚ ਜਾਣਿਓ, ਲਾਹੌਰ ਆਉਣਾ ਮੇਰੇ ਵਾਸਤੇ ਹਮੇਸ਼ਾ ਇੱਕ ਜ਼ਿਆਰਤ ਵਾਂਗ ਹੁੰਦਾ, ਕਿਉਂਕਿ ਲਾਹੌਰ ਆਉਣ ਦਾ ਮਤਲਬ ਮੇਰੇ ਲਈ ਹੈ ਮੁਹੱਬਤ ਦੇ ਸਰੋਵਰ 'ਚ ਇਸ਼ਨਾਨ ਕਰਨ ਵਰਗਾ। ਮੈਂ ਪਹਿਲੀ ਵਾਰ ਆਪਣੇ ਜੀਵਨ ਸਾਥਣ ਜਸਵਿੰਦਰ ਨਾਲ 1997 'ਚ ਆਇਆ ਸਾਂ। ਉਦੋਂ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਜਥਾ ਆਉਂਦਾ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਵਾਸਤੇ, ਪੰਜਾ ਸਾਹਿਬ, ਨਨਕਾਣਾ ਸਾਹਿਬ, ਉਸ ਜਥੇ 'ਚ ਆਇਆ ਸਾਂ 97 'ਚ ਪਹਿਲੀ ਵਾਰ। ਪਰ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਉਦੋਂ ਵੀ ਮੈਂ ਨਨਕਾਣਾ ਸਾਹਿਬ ਜਿਹੜਾ ਕਵੀ ਦਰਬਾਰ ਹੋਇਆ ਉਸ ਵਿੱਚ ਹਿੱਸਾ ਤਾਂ ਲਿਆ ਹੀ ਲਿਆ, ਕਿਉਂਕਿ ਉਹ ਆਜ਼ਾਦੀ ਦਾ ਵੀ 50ਵਾਂ ਸਾਲ ਸੀ। ਅਤੇ ਮੇਰੀ ਲੱਭਤ ਇਹ ਹੋਈ ਕਿ ਮੈਂ ਉਸ ਵਕਤ ਜ਼ਹੂਰ ਹਸਨ ਜ਼ਹੂਰ ਉਹਨਾਂ ਨੂੰ ਸਟੇਜ 'ਤੇ ਆਪਣੇ ਨਾਲ ਬੈਠ ਕੇ ਸੁਣ ਸਕਿਆ। ਔਰ ਉਹਨਾਂ ਦੀ ਬੇਗਮ ਸਾਹਿਬਾ ਮੇਰੀ ਸਰਦਾਰਨੀ ਦੇ ਨਾਲ ਬੈਠੀ ਸੀ। ਇਹ ਮੇਰੇ ਵਾਸਤੇ ਇੱਕ ਸੁਭਾਗੀ ਘੜੀ ਸੀ। ਔਰ ਮੈਨੂੰ ਯਾਦ ਹੈ ਉਹਨਾਂ ਦਾ ਸ਼ੇਰ ਜਿਹੜਾ ਮੈਨੂੰ ਕਦੇ ਨਹੀਂ ਵਿਸਰਦਾ ਕਿ ਸੋਚਾਂ ਦੀ ਮਈਅਤ ਨੂੰ ਲੈ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ, ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਅਤੇ ਮੇਰੀ ਵੱਡੀ ਪ੍ਰਾਪਤੀ ਇਹ ਹੋਈ ਕਿ ਉਹਨਾਂ ਨੇ ਮੈਨੂੰ ਇੱਕ ਆਪਣੀ ਨਜ਼ਮ ਜਿਹੜੀ ਪਹਿਲਾਂ ਲਿਖੀ ਸੀ ਉਹਨਾਂ ਨੇ ਭਾਵੇਂ ਉਹ ਸਮਰਪਿਤ ਕੀਤੀ, ਡੈਡੀਕੇਟ ਕੀਤੀ। ਉਹਦਾ ਉਨਵਾਨ ਸੀ ਜੀ ਆਇਆਂ ਨੂੰ ਜੀ ਸਰਦਾਰਾ। ਅਤੇ ਮੇਰੀ ਬਦਕਿਸਮਤੀ ਇਹ ਕਿ ਉਹ ਲਗਭਗ 1 ਮਹੀਨਾ ਬਾਅਦ ਫੌਤ ਹੋ ਗਏ। ਕੱਲ੍ਹ ਹੀ ਮੇਰੀ ਗੱਲ ਹੋ ਰਹੀ ਸੀ ਉਹਨਾਂ ਦੇ ਬੇਟੇ ਨਾਲ। ਮੈਂ ਕਿਹਾ ਯਾਰ ਤੂੰ ਮੈਨੂੰ ਉਹਨਾਂ ਦੀ ਕਿਤਾਬ ਤਾਂ ਦੇ ਦੇ, ਮੈਂ ਗੁਰਮੁਖੀ ਛਾਪ ਦਿਆਂਗਾ, ਆਪਣੇ ਸਾਧਨਾਂ ਨਾਲ ਛਾਪਾਂਗਾ। ਮੈਨੂੰ ਬੜੇ ਚੰਗੇ ਲੱਗਦੇ ਨੇ ਉਹ। ਮੈਂ ਪੰਜਾਬ ਦਾ ਪੁੱਤਰ ਹਾਂ, ਪੰਜਾਬੀ ਮੇਰੀ ਬੋਲੀ ਹੈ, ਕਿਸਾਨਾਂ ਲਈ ਬਹੁਤ ਆਵਾਜ਼ ਸਨ ਔਰ ਦਮਦਾਰ ਆਵਾਜ਼ ਸਨ। ਇਸ ਕਰਕੇ 97 ਤੋਂ ਬਾਅਦ ਫਿਰ ਮੈਂ ਦੁਬਾਰਾ ਆਇਆ 2003 ਜਦੋਂ ਫਲੈਟੀਜ਼ ਹੋਟਲ ਦੇ ਵਿੱਚ ਫਖਰ ਜਮਾਂ ਸਾਹਿਬ ਨੇ ਕਾਨਫਰੰਸ ਕਰਵਾਈ। ਉਦੋਂ ਸਾਡਾ ਬੜਾ ਵੱਡਾ ਸੀ। ਉਦੋਂ ਅਸੀਂ ਨਜਮ ਸਈਦ ਹੋਰਾਂ ਦੇ ਘਰ ਵੀ ਗਏ, ਉਹ ਤਾਂ ਨਹੀਂ ਮਿਲ ਸਕੇ ਪਰ ਜੀਵਨ ਸਾਥਣ ਸੀ। ਔਰ ਕਿਉਂਕਿ ਸਾਡੇ ਬਟਾਲੇ ਦੇ ਨੇ ਉਹ, ਮੈਂ ਵੀ ਬਟਾਲੇ ਨੂੰ ਬਿਲੋਂਗ ਕਰਦਾ ਓਰੀਜਨਲੀ। ਅਤੇ ਅਸੀਂ ਉਹਨਾਂ ਵਾਸਤੇ ਇੱਕ ਲੋਈ ਲੈ ਕੇ ਧਾਰੀਵਾਲ ਦੇ। ਅੱਛਾ। ਉਹਨਾਂ ਦੀ ਬੇਗਮ ਸਾਹਿਬ ਕਹਿਣ ਲੱਗੇ ਕਿ ਉਹ ਲੈਂਦੇ ਨਹੀਂ ਕੋਈ ਚੀਜ਼। ਮੈਂ ਕਿਹਾ ਜੇ ਨਹੀਂ ਨਾ ਲੈਣਗੇ ਅਤੇ ਉਹਨਾਂ ਨੂੰ ਇਹ ਆਖਿਓ ਇਹ ਤੁਹਾਡੇ ਪੇਕਿਆਂ ਤੋਂ ਆਈ ਹੈ, ਫਿਰ ਉਹ ਲੈ ਲੈਣਗੇ। ਸੋ ਫਿਰ ਉਸ ਤੋਂ ਬਾਅਦ 2006 ਜਿਹੜੀ ਪਹਿਲੀ ਬੱਸ ਨਨਕਾਣਾ ਸਾਹਿਬ ਆਈ, ਉਸ 'ਚ ਆਉਣ ਦਾ ਮੌਕਾ ਮਿਲਿਆ। ਉਸ ਬੱਸ ਕੋਲ 22 ਸਵਾਰ ਸਾਂ ਅਸੀਂ, ਪਰ ਲੇਖਕ ਮੈਂ ਇਕੱਲਾ ਹੀ ਸੀ, ਲੇਖਕ ਹੋਰ ਕੋਈ ਨਹੀਂ ਸੀ। ਔਰ ਜਦੋਂ ਨਨਕਾਣਾ ਸਾਹਿਬ ਅਸੀਂ ਪਹੁੰਚੇ ਤਾਂ ਸਾਨੂੰ ਜਾਣਕਾਰੀ ਮਿਲੀ ਉੱਥੋਂ ਕਿ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਪਲਾਨ ਤਿਆਰ ਹੋ ਗਿਆ। ਇਹ 2006 ਦੀ ਗੱਲ ਕਰਦਾ ਮੈਂ, ਬਣੀ ਤਾਂ ਹੁਣਿਆਂ ਨਾਲ ਆ ਕੇ ਜੀ, ਪਰ ਇਹ 2006 ਦੀ ਗੱਲ ਕਰਦਾ। ਉਸ ਤੋਂ ਬਾਅਦ ਫਿਰ 2014 'ਚ ਮੈਂ ਜਦੋਂ ਫਿਰ ਕਾਨਫਰੰਸ ਹੋਈ, 14 ਤੋਂ ਬਾਅਦ 16 'ਚ ਹੋਈ, 19 'ਚ ਹੋਈ, 20 'ਚ ਹੋਈ, ਉਹ 4-5 ਕਾਨਫਰੰਸ ਇੱਥੇ ਮੈਂ ਅਟੈਂਡ ਕੀਤੀਆਂ ਨੇ। ਇਸ ਕਰਕੇ ਮੇਰੇ ਵਾਸਤੇ ਲਾਹੌਰ ਆਉਣਾ ਜ਼ਿਆਰਤ ਵਰਗੀ ਖੇਡ ਇਸ ਵਾਸਤੇ ਹੈ ਕਿ ਜਦੋਂ ਮੈਨੂੰ ਕੋਈ ਪੁੱਛਦਾ ਨਾ ਕਿ ਲਾਹੌਰ ਕੀ ਕਰਨ ਚੱਲਿਆ ਜਾਂ ਬਾਰ-ਬਾਰ ਕਿਉਂ ਜਾਣਾ, ਤਾਂ ਮੈਨੂੰ ਇੱਕੋ ਜਵਾਬ ਦਿੰਦਾ, ਲਾਹੌਰ ਜਾਣਾ ਮੇਰੇ ਵਾਸਤੇ ਇੱਕ ਸਵਾਬ ਵਰਗੀ ਗੱਲ ਹੈ। ਅਤੇ ਇਹ ਵੀ ਕਹਿਣਾ ਕਿ ਹੁਣ ਤਾਂ ਚਲੋ ਮੇਰਾ ਇਕੱਲਾ ਗੋਡਾ ਹੀ ਦੁਖਦਾ, ਜੇ ਮੈਂ ਸਟੇਚਰ 'ਤੇ ਪਿਆ ਹੋਵਾਂ ਮੈਨੂੰ ਕੋਈ ਕਹਿ ਲਾਹੌਰ ਚੱਲਣਾ ਅਤੇ ਮੈਂ ਕਹਾਂ ਲੈ ਚੱਲੋ ਯਾਰ। ਵਾਹ ਵਾਹ। ਲਓ ਜੀ, ਇਹ ਜਿਹੜੀ ਲਾਹੌਰ ਦੀ ਮੁਹੱਬਤ ਹੈ ਗੁਰਬਚਨ ਭਾਈ ਦੀ, ਇਹ ਇੱਥੇ ਵੀ ਲੋਕਾਂ ਨੂੰ ਪਤਾ। ਰਾਤ ਮੈਂ ਜਦੋਂ ਆਇਆ ਇਸਲਾਮਾਬਾਦ ਤੋਂ ਮਿਲਣ ਲਈ, ਇਹ ਸ਼ਾਇਦ ਕਮਰੇ 'ਚ ਗਏ ਸਨ ਜਾਂ ਪਿਛਾਂ ਸਨ, ਅਤੇ 3-4 ਬੰਦੇ ਮੈਂ ਪੁੱਛਦੇ ਵੇਖੇ ਕਿ ਗੁਰਬਚਨ ਭਾਈ ਆਏ ਨੇ। ਅਤੇ ਮੈਨੂੰ ਲੱਗਾ ਕਿ ਇੰਨੀ ਉਡੀਕ ਜਿਹੜੀ ਹੈ ਇੱਥੋਂ ਦੇ ਲੋਕਾਂ ਨੂੰ, ਉਹ ਬੜੇ ਥੋੜ੍ਹੇ ਲੋਕਾਂ ਦੀ ਹੁੰਦੀ ਹੈ।
ਤੇ ਨਾਲ ਸਾਡੀ ਭੈਣ ਦਾ ਆਉਣਾ ਇਸ ਤੋਂ ਵੱਡੀ ਇੱਕ ਮਾਣਯੋਗ ਗੱਲ ਹੈ। ਅੱਛਾ, ਤੁਹਾਡੀ ਗੁਰਬਚਨ ਭਾਈ ਜਿਹੜੀ ਕਿਤਾਬ ਦੀ ਕੱਲ ਮੁੱਖ ਬਹਾਲੀ ਹੋ ਰਹੀ ਹੈ, ਇਹ ਕਿੰਨਵੀਂ ਕਿਤਾਬ ਹੈ ਤੁਹਾਡੀ ਮਾਸ਼ਾਅੱਲਾ? ਇਹ ਮੇਰੀ 17ਵੀਂ ਕਿਤਾਬ ਹੈ ਜੀ, ਸੁਰਤਾਲ। ਅੱਛਾ, 17ਵੀਂ। ਹਾਂ, ਤੇ ਪਹਿਲੀ ਕਿਤਾਬ ਮੇਰੀ 1978 ਛਪੀ ਸੀ, ਸ਼ੀਸ਼ਾ ਝੂਠ ਬੋਲਦਾ ਹੈ। ਇਹ ਮੇਰੀ ਹੁਣ ਤੱਕ ਦੀ ਸਜਰੀ ਕਿਤਾਬ ਹੈ। ਵਾਹ ਜੀ, ਉੱਥੋਂ ਕਿਤਾਬ ਵੀ ਨਾਲ ਲੈ ਕੇ ਆਏ ਨੇ ਆਪਣੇ ਲਹਿੰਦੇ ਪੰਜਾਬ ਦੇ ਪਿਆਰ ਕਰਨ ਵਾਲਿਆਂ ਵਾਸਤੇ, ਇੱਕ ਇਹ ਕਰਨ ਲਈ, ਦਾਨ ਕਰਨ ਲਈ। ਤੇ ਮੈਂ ਹੁਣ ਚਾਹਾਂਗਾ ਕਿ ਮੈਂ ਆਪਣੀ ਭੈਣ ਨੂੰ ਪੁੱਛਾਂ ਕਿ ਇਹਨਾਂ ਨੂੰ ਤਾਂ ਸ਼ਾਇਰ ਅਦੀਬ ਮਿਲਦੇ ਨੇ ਪੜ੍ਹਨ ਲਿਖਣ ਵਾਲੇ, ਤੁਹਾਡਾ ਇਹਨਾਂ ਨਾਲ ਜਿਹੜੇ ਸਾਂਝ ਹੈ ਉਹ ਤੁਹਾਨੂੰ ਕੈਸਾ ਲੱਗਦਾ ਨਾਲ ਆ ਕੇ ਆਉਣਾ? ਬਹੁਤ ਵਧੀਆ ਲੱਗਦਾ ਹੈ। ਮਤਲਬ ਜਦੋਂ ਸਾਡੇ ਪੇਰੈਂਟਸ ਇੱਥੋਂ ਦੀਆਂ ਗੱਲਾਂ ਸੁਣਾਉਂਦੇ ਸੀਗੇ ਅਤੇ ਉਹ ਜਗ੍ਹਾ ਨੂੰ ਦੇਖ ਕੇ ਥੋੜ੍ਹਾ, ਪੇਰੈਂਟਸ ਇੱਧਰੋਂ ਹੀ ਗਏ ਹੋਏ ਸੀ ਨਾ ਜੀ ਜੀ, ਅਤੇ ਉਹਨਾਂ ਜਗ੍ਹਾ ਨੂੰ ਦੇਖ ਕੇ, ਜਾਂ ਜਿਹੜੇ ਉਹਨਾਂ ਪਿੰਡਾਂ ਤੋਂ ਸਾਨੂੰ ਕਈ ਮਿਲਦੇ ਨੇ, ਕਹਿ ਦੇਣਗੇ ਅਸੀਂ ਨੱਤ ਕਲਾਂ ਦੇ ਨੇੜੇ ਰਹਿੰਦੇ ਹਾਂ ਜਾਂ ਗੁਜਰਾਂਵਾਲੇ ਦੇ ਨੇੜੇ ਰਹਿੰਦੇ ਹਾਂ, ਫਿਰ ਵਧੀਆ ਲੱਗਦਾ। ਜਿਵੇਂ ਹੁਣ ਰੁਖਸਾਨਾ ਮਿਲੇ ਨੇ, ਇਹ ਮੇਰੇ ਅੰਮੀ ਜਾਨ ਦੇ ਉਹਨਾਂ ਦੇ ਸੀਗੇ। ਅੱਛਾ, ਆਸਫ ਖਾਨ ਦੇ ਘਰੋਂ? ਹਾਂ, ਇਹਨਾਂ ਦੇ ਨਾਨਕੇ ਵੀ ਸੇਮ, ਮੇਰੇ ਅੰਮੀ ਜਾਨ ਦੇ ਰੁਖਸਾਨਾ ਦੇ ਨਾਨਕੇ ਵੀ ਸੇਮ ਪਿੰਡ 'ਚ ਨੇ। ਉਹ ਵੀ ਗਿੱਲ ਸੀ, ਰੁਖਸਾਨਾ ਦੇ ਵੀ ਨਾਨਕੇ ਗਿੱਲ। ਅੱਛਾ, ਵਾਹ। ਇਹ ਦੋ ਪੇਟੀਆਂ ਉਹੀ ਲੈ ਕੇ ਆਏ ਨੇ। ਇਹ ਆਸਫ ਖਾਨ ਸਾਹਿਬ ਸਾਡੇ ਦੋਸਤ, ਬੜੇ ਤਰੱਕੀ ਪਸੰਦ, ਵੱਡੇ ਇੱਕ ਵਿਜ਼ਨਰੀ ਦਾਨਸ਼ਵਰ, ਤੇ ਉਹਨਾਂ ਦੀ ਘਰ ਦੀ ਗੱਲ ਕਰ ਰਹੀ ਹੈ ਮੇਰੀ ਭੈਣ। ਤੇ ਅੱਛਾ ਦੇਖੋ, ਇਹਨਾਂ ਨੂੰ ਬੰਨਿਆ ਹੋਇਆ ਮੁਹੱਬਤਾਂ ਨੇ, ਮਤਲਬ ਹੋ ਸਕਦਾ ਖਾਲੀ ਸ਼ਾਇਰੀ। ਉਹਨਾਂ ਨਾਲ ਮੁਲਾਕਾਤ ਬੜੀ ਡਰਾਮੈਟਿਕ ਢੰਗ ਨਾਲ ਹੋਈ ਪਿਛਲੀ ਕਾਨਫਰੰਸ ਤੇ। ਉਹ ਹੁਣ ਤਾਂ ਕਰ ਲੈਂਦੇ ਨੇ, ਮੈਂ ਗੱਲ ਕਰਦਾ ਸ਼ੁਰੂ ਕਿਵੇਂ ਹੋਇਆ। ਜੀ ਜੀ, ਉਹ ਦੱਸੋ ਜ਼ਰੂਰ। ਪਿਛਲੀ ਵਾਰ ਜਦੋਂ ਇਹ ਆਸਿਫ ਭਾਜੀ ਜਾਨ ਤੇ ਰੁਖਸਾਨਾ ਭੈਣ ਆਏ ਨਾ, ਤੇ ਮੈਨੂੰ ਜਸਵਿੰਦਰ ਕਹਿਣ ਲੱਗੀ, ਕਹਿੰਦੀ ਵੀ ਇਹ ਲੇਡੀ ਜਿਹੜੀ ਹੈਗੀ ਹੈ ਨਾ, ਇਹ ਬਿਲਕੁਲ ਸਾਰੀ ਕਾਨਫਰੰਸ 'ਚ ਡਿਫਰੈਂਟ ਔਰਤ ਹੈ, ਇਹਨੂੰ ਪੁੱਛੋ ਇਹ ਕੌਣ ਹੈ। ਅੱਛਾ ਅੱਛਾ। ਤੇ ਮੈਂ ਉਹਨਾਂ ਨੂੰ ਪੁੱਛਿਆ ਜਦੋਂ, ਮੈਂ ਕਿਹਾ ਭੈਣ ਜੀ ਤੁਸੀਂ ਕਿੱਥੋਂ ਆਏ ਹੋ, ਕੀ ਕਰਦੇ ਹੋ? ਕਹਿੰਦੀ ਮੈਂ ਵਕਾਲਤ ਕਰਦੀ ਹਾਂ ਤੇ ਮੈਂ ਇਸ ਵਕਤ ਸਰਗੋਧਾ ਤੋਂ ਆਈ ਹਾਂ। ਮੈਂ ਕਿਹਾ ਜੀ ਸਰਗੋਧੇ ਨੂੰ ਮੇਰੀ ਸੱਸ ਕੇ ਲਫ਼ਜ਼ ਕਹਿ ਲਓ, ਹੁਣ ਤਾਂ ਮੇਰੀ ਮਾਂ ਹੀ ਇੱਕੋ ਆਪਣੀ, ਮੇਰੀ ਜਿਹਨੇ ਮੈਨੂੰ ਜੰਮਿਆ ਸੀ ਤਾਂ ਮਰ ਗਈ। ਮੈਂ ਕਿਹਾ ਸਾਡੀ ਮਾਤਾ ਤੁਹਾਨੂੰ ਬਹੁਤ ਚੇਤੇ ਕਰਦੀ, ਸਰਗੋਧੇ ਨੂੰ ਖਾਸ ਕਰਕੇ। ਮੈਂ ਕਿਹਾ ਜਦੋਂ ਅਸੀਂ ਕਿਤੇ ਕਿੰਨੂ ਖਾਂਦੇ ਹਾਂ, ਸੰਤਰਾ ਖਾਂਦੇ ਹਾਂ, ਮਾਲਟਾ ਖਾਂਦੇ ਹਾਂ, ਅਤੇ ਉਦੋਂ ਹੀ ਬੀਬੀ ਕਹਿੰਦੀ ਹੈ ਇਹ ਗਿਣਤੀਆਂ ਮਿਣਤੀਆਂ ਵਾਲੇ ਕਿੰਨੂ, ਸੰਤਰੇ, ਮਾਲਟੇ ਇਹ ਕਿਲੋਆਂ 'ਚ ਤਾਂ ਹੁਣ ਤੁਰੇ ਨੇ, ਇਹ ਤਾਂ ਟੋਕਰੇ ਭਰ ਭਰ ਕੇ ਖਾਂਦੀਆਂ ਹੁੰਦੀਆਂ। ਮੇਰੇ ਵੱਡਿਆਂ ਦੇ ਬਾਗ ਸੀ ਉੱਥੇ। ਔਰ ਤੁਸੀਂ ਯਕੀਨ ਮੰਨੋਗੇ ਕਿ ਤੀਸਰੇ ਦਿਨ ਰੁਖਸਾਨਾ ਤੇ ਆਸਿਫ ਭਾਈਜਾਨ 4 ਪੇਟੀਆਂ ਕਿੰਨੂ ਦੀਆਂ ਲੈ ਕੇ ਤੇ ਹੋਟਲ ਦੇ ਇੱਥੇ ਰਿਸੈਪਸ਼ਨ 'ਚ ਦੇ ਗਏ ਸੀ। ਨਨਕਾਣਾ ਸਾਹਿਬ ਗਏ ਹੋਏ ਸੀ। ਉੱਤੇ ਸਲਿੱਪ ਰੱਖ ਗਏ ਕਿ ਇਹ ਬੀਜੀ ਨੂੰ ਦੇ ਦੇਣਾ। ਔਰ ਅਸੀਂ ਘਰ ਬਾਅਦ 'ਚ ਗਏ ਆਪਣੇ ਲੁਧਿਆਣੇ, ਸਭ ਤੋਂ ਪਹਿਲਾਂ ਬੀਜੀ ਕੋਲ ਗਏ। ਜਦੋਂ ਉਹਨਾਂ ਨੂੰ ਕਿੰਨੂ ਵਿੱਚ ਦਿੱਤੇ ਅਸੀਂ ਜਾ ਕੇ, ਅੱਖਾਂ ਭਰੇ, ਫਿਰ ਕਿੰਨਾ ਚਿਰ ਗੱਲਾਂ ਕੀਤੀਆਂ ਟੈਲੀਫੋਨ 'ਤੇ ਇਹਨਾਂ ਨੇ ਆਪਸ ਦੇ ਵਿੱਚ। ਅਤੇ ਹੁਣ ਅਕਸਰ ਜਿਵੇਂ ਮਾਵਾਂ ਧੀਆਂ ਗੱਲਾਂ ਕਰਦੀਆਂ ਨੇ, ਉਵੇਂ 2 ਸਾਲ ਦੇ ਵਿੱਚ ਮੇਰੇ ਖਿਆਲ ਘੱਟੋ ਘੱਟ 20-30 ਵਾਰ ਇਹਨਾਂ ਆਪਸ 'ਚ ਗੱਲਬਾਤ ਹੋਈ ਹੈ। ਔਰ ਜਿੱਦਣ ਅਸੀਂ ਕਰਤਾਰਪੁਰ ਸਾਹਿਬ ਆਏ ਹਾਂ 28 ਦਸੰਬਰ ਵਾਲੇ ਦਿਨ, ਉਦੋਂ ਵੀ ਰੁਖਸਾਨਾ ਉੱਥੇ ਪਹੁੰਚੀ ਹੋਈ ਸੀ ਸਾਨੂੰ ਮਿਲਣ ਵਾਸਤੇ। ਇਹ ਤਾਂਘਾ ਨੇ, ਇਹਨਾਂ ਰਿਸ਼ਤਿਆਂ ਦਾ ਕੋਈ ਨਾਂ ਨਹੀਂ ਹੈਗਾ। ਜਗ੍ਹਾ ਦੀ ਉਸ ਜਗ੍ਹਾ ਦਾ ਮੋਹ ਹੈਗਾ, ਉਸ ਮਿੱਟੀ ਦਾ ਮੋਹ ਹੈ ਜਿਹੜਾ, ਮਤਲਬ ਰੁਖਸਾਨਾ ਨੂੰ ਬਿਜ਼ੀ ਨਹੀਂ ਜਾਣਦੇ। ਪਹਿਲਾਂ ਕਦੋਂ ਮਿਲੇ ਹੋਣਗੇ ਇਹਨਾਂ ਦਾ ਪਤਾ। ਇਹ ਮਿੱਟੀ ਦਾ ਮੋਹ ਹੀ ਹੈ, ਮਿੱਟੀ ਦਾ ਹੀ ਪਿਆਰ ਹੈ। ਇਹ ਮੇਰੇ ਸਰਗੋਧਾ ਦੇ 104 ਚੱਕ ਮੇਰੇ ਨਾਨਕੇ ਨੇ। ਫਿਰ ਉਹਨਾਂ ਨੇ ਦਿਖਾਇਆ ਵੀ ਪਿੰਡ, ਇੱਕ ਫੇਸ ਟਾਈਮ ਕਰਕੇ ਨਾ, ਉਹ ਕੜਿਆਣੇ ਦੀਆਂ ਪਹਾੜੀਆਂ ਤੇ ਉਹ ਪਿੰਡ ਸਾਰਾ ਦਿਖਾਤਾ ਵੀ ਦੇਖ ਲਓ ਵੀ ਤੁਹਾਡੇ ਨਾਨਕੇ। ਮੈਂ ਵੀ ਦੇਖਿਆ ਕਿ ਆਸਫ ਭਾਈ ਆਏ ਨੇ, ਮੈਂ ਕਿ ਇਹਨਾਂ ਦਾ ਐਡਾ ਕੋਈ ਉਹ ਸ਼ਾਇਦ ਇਹਨਾਂ ਕੋਈ ਜੁੜਤ ਬਣਦੀ ਨਹੀਂ, ਲੇਕਿਨ ਉਹ ਪਤਾ ਲੱਗਾ ਕਿ ਗੁਰਭਜਨ ਭਾਈ ਨੂੰ ਤੁਹਾਨੂੰ ਮਿਲਣ ਆਏ ਨੇ। ਅਤੇ ਅੱਛਾ ਭਾਅ ਜੀ, ਤੁਸੀਂ ਤਾਂ ਹੁਣ ਆਏ ਹੋ ਅਤੇ 5 ਦਿਨ ਲਈ ਜਾਂ 6 ਦਿਨ ਲਈ, ਅਤੇ ਤੁਹਾਡਾ ਇਹ ਮਨ ਨਹੀਂ ਕਰਦਾ ਕਿ ਅਸੀਂ ਖੁੱਲ੍ਹਾ ਫਿਰੀਏ, ਜਿਹੜੇ ਮਰਜ਼ੀ ਸ਼ਹਿਰ ਜਾਈਏ, ਹੋਰ ਬੇਲੀਆਂ ਕੋਲ ਵੀ ਜਾਈਏ? ਕਿਸੇ ਵੇਲੇ ਮਹਿਸੂਸ ਹੁੰਦਾ ਜੀ ਇਹਦੀ ਜਿਹੜੀ ਥੋੜ ਹੈ ਜਾਂ ਇਹ ਔਕੜ ਹੈ? ਇਹ ਤਾਂ ਨਹੀਂ ਮਹਿਸੂਸ ਹੁੰਦਾ ਜੀ ਕਿ ਮੈਂ ਜਦੋਂ 97 'ਚ ਆਇਆ ਸੀ, ਉਦੋਂ ਪੰਜਾ ਸਾਹਿਬ ਤੋਂ ਹੁੰਦੇ ਹੋਏ ਇਸਲਾਮਾਬਾਦ ਵੀ ਗਏ ਸੀ, ਲੋਕ ਵਿਰਸਾ ਵੀ ਗਏ ਸਾਂ। ਫਿਰ ਉਦੋਂ ਵਾਪਸੀ 'ਤੇ ਲਾਹੌਰ ਜਦੋਂ ਆਏ ਤਾਂ ਸਾਡੇ ਮੇਰੇ ਕਜ਼ਨ ਨੇ ਰਜਿੰਦਰ ਸਿੰਘ ਭਿੰਡਰ, ਜਿਹਨਾਂ ਦਾ ਪਿੰਡ ਰੂਪ ਬਿਲਕੁਲ ਨਾਲ ਹੈ ਦੇ ਗੁਜਰਾਂਵਾਲੇ ਦੇ ਨਾਲ ਹੀ, ਉਹਨਾਂ ਦੀ ਹਿੰਮਤ ਸਦਕਾ ਅਸੀਂ ਉਦੋਂ ਅਨਾਇਤ ਸਿੰਘ ਭੱਟੀ ਸਾਹਿਬ ਦੇ ਘਰ ਚਲੇ ਗਏ। ਅੱਛਾ, ਅਜੇ ਬੈਠੇ ਹੀ ਸਾਂ ਤੇ ਉੱਥੇ ਗੁਲਾਮ ਅਲੀ ਸਾਹਿਬ ਆ ਗਏ। ਅੱਛਾ, ਗੁਲਬਰਗ ਗਏ ਸੋ? ਗੁਲਬਰਗ। ਉਸ ਤੋਂ ਬਾਅਦ ਚੱਲ ਹਮਰਾ 'ਚ ਇੱਕ ਸਮਾਗਮ ਸੀ, ਸਾਡੇ ਪੰਜਾਬ ਤੋਂ ਡੈਲੀਗੇਸ਼ਨ ਵੀ ਆਇਆ ਹੋਇਆ ਸੀ, ਅਸੀਂ ਉਹ 'ਚ ਸ਼ਾਮਲ ਹੋ ਗਏ। ਤਾਂ ਉੱਥੇ ਸਾਨੂੰ ਆਰਿਫ ਲੋਹਾਰ ਮਿਲ ਗਿਆ,
ਅੱਛਾ ਉੱਥੇ ਉਸਮਾਨ ਪੀਰਜ਼ਾਦਾ ਮਿਲ ਗਿਆ, ਉੱਥੇ ਉਦੋਂ ਡਾਲ ਸ਼ੋਅ ਚੱਲ ਰਿਹਾ ਸੀ ਉੱਥੇ ਇੱਕ। ਸੋ ਇਹਨਾਂ ਵੱਡੀਆਂ ਰੂਹਾਂ ਨੂੰ ਮਿਲਣ ਦਾ ਸੁਭਾਗ ਉਦੋਂ ਮਿਲਿਆ, ਸਮਝ ਗਏ। ਜੀ ਜੀ ਫਿਰ ਜਦੋਂ ਪਿਛਲੀ ਵਾਰ ਆਏ ਤਾਂ ਸਾਡੇ ਵਾਸਤੇ ਸੁਗਰਾ ਸਦਫ ਨੇ ਪਿਲਾਕ ਦੇ ਵਿੱਚ ਇੱਕ ਗੈਟ ਟੂਗੈਦਰ ਰੱਖੀ। ਬਹੁਤ ਸਾਰੇ ਦੋਸਤ ਉੱਥੇ ਨਵੇਂ ਮਿਲੇ, ਪੁਰਾਣੇ ਮਿਲੇ। ਸੁਗਰਾ ਵੀ ਬਹੁਤ ਵਧੀਆ ਭੈਣ ਹੈ ਸਾਡੀ। ਇਸ ਕਰਕੇ ਅਸੀਂ ਸਾਰੇ ਜਿੰਨੇ ਜੀ ਆਉਂਦੇ ਹਾਂ, ਜਦੋਂ ਵੀ ਕਿਤੇ ਆਉਂਦੇ ਹਾਂ ਤਾਂ ਉਦੋਂ ਥਾਵਾਂ ਨਹੀਂ ਮੈਟਰ ਕਰਦੀਆਂ ਸਾਡੇ ਲਈ। ਮੈਟਰ ਜਿਹੜੀ ਗੱਲ ਕਰਦੀ ਉਹ ਮੁਹੱਬਤ ਦਾ ਭਰ ਵਗਦਾ ਦਰਿਆ, ਚੂੜੀ ਜਿੱਥੋਂ ਮਰਜ਼ੀ ਭਰ ਲਈਏ। ਵਾਹ ਕਿੱਡੀ ਸੋਹਣੀ ਸੋਚ ਗੁਰਬਚਨ ਭਾਈ ਦੀ। ਇਹਨਾਂ ਦੀ ਸ਼ਾਇਰੀ 'ਚ ਵੀ ਇਹੀ ਸੋਚ ਝਲਕਦੀ ਹੈ। ਅਤੇ ਅੱਜ ਚੂੰਕਿ ਅਸੀਂ ਇਹ ਜਿਹੜਾ ਐਕਸਕਲੂਸਿਵ ਹੈ, ਅੱਜ ਸਾਨੂੰ ਮੌਕਾ ਮਿਲਿਆ ਇਹਨਾਂ ਨਾਲ ਗੱਲ ਕਰਨ ਦਾ ਉਚੇਚਾ, ਅਤੇ ਮੈਂ ਚਾਹਾਂਗਾ ਕਿ ਆਪਣੇ ਸੁਣਨ ਵਾਲਿਆਂ ਨੂੰ ਇਹਨਾਂ ਦਾ ਕੋਈ ਕਲਾਮ ਇਹਨਾਂ ਦੇ ਮੂੰਹੋਂ ਕੋਈ। ਕਿਤਾਬ ਮੇਰੀ। ਅੱਛਾ ਜੀ, ਇਹਦਾ ਕੀ ਨਾਂ ਹੈ ਜੀ? ਸੁਰਤਾਂ ਵਾਲੀ। ਅੱਛਾ, ਗੁਰਮੁਖੀ ਔਰ ਸ਼ਾਹਮੁਖੀ 'ਚ ਇਕੱਠੀ ਛਪੀ ਹੈ। ਵਾਹ, ਉਹ ਵੀ ਦਿਖਾ ਵੀ ਹਾਂ। ਲਓ ਜੀ, ਇਹ ਗੁਰਮੁਖੀ ਔਰ ਸ਼ਾਹਮੁਖੀ 'ਚ ਇਕੱਠੀ ਕਿਤਾਬ ਛਪੀ ਹੈ। ਕੱਲ੍ਹ ਇੱਥੇ ਦੀ ਮੁੱਖ ਬਹਾਲੀ ਹੋ ਰਹੀ ਹੈ ਸ਼ਾਹਮੁਖੀ ਐਡੀਸ਼ਨ ਦੀ। ਅਤੇ ਇਹ ਦੇਖੋ ਇਹਨਾਂ ਦੀ ਜਿਹੜੀ ਸ਼ਾਇਰੀ ਹੈ ਦੋ ਪਾਸੇ ਮੁਹੱਬਤਾਂ ਖਿਲਾਰ ਰਹੀ ਹੈ। ਔਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਉਹ ਪੜ੍ਹਨਾ ਨਹੀਂ ਆਉਂਦਾ ਅਤੇ ਮੇਰੇ ਤੱਕ ਇਹਨਾਂ ਦਾ ਸੁਨੇਹਾ ਨਹੀਂ ਪਹੁੰਚਿਆ। ਅਤੇ ਮੈਂ ਚਾਹਾਂਗਾ ਜੀ ਕੋਈ ਚੀਜ਼ ਆਪਣੀ ਇੱਕ ਗਜ਼ਲ ਆਜ਼ਮ ਮਲਿਕ ਮੈਂ ਤੁਹਾਨੂੰ ਸਮਰਪਿਤ ਕਰਦਾ, ਡੈਡੀਕੇਟ ਕਰਦਾ ਕਿ ਇਹ ਤੂੰ ਕਿੱਧਰ ਤੁਰਿਆ ਫਿਰਦਾ, ਹਰ ਰਿਸ਼ਤੇ ਦਾ ਨਾਂ ਨਹੀਂ ਹੁੰਦਾ। ਵਾਹ ਵਾਹ ਵਾਹ। ਇਹ ਤੂੰ ਕਿੱਧਰ ਤੁਰਿਆ ਫਿਰਦਾ, ਹਰ ਰਿਸ਼ਤੇ ਦਾ ਨਾਂ ਨਹੀਂ ਹੁੰਦਾ। ਕੀ ਦੱਸਾਂ ਸਰਨਾਮਾ ਤੈਨੂੰ, ਮਹਿਕ ਦਾ ਕੋਈ ਗਿਰਾਂ ਨਹੀਂ ਹੁੰਦਾ। ਵਾਹ ਵਾਹ ਵਾਹ। ਜਿਸ ਦੀ ਆਸ ਤੇ ਹੁੱਬਿਆ ਫਿਰਦਾ, ਇਸ ਬਦਲ ਵੀ ਛੱਟ ਜਾਣਾ ਹੈ। ਇਸ ਬਦਲ ਵੀ ਛੱਡ ਜਾਣਾ ਹੈ। ਮਾਣ ਮਰਤਬੇ ਉੱਚੀ ਕੁਰਸੀ ਪਰ ਛਾਵਾਂ ਹੈ, ਛਾਂ ਨਹੀਂ ਹੁੰਦਾ। ਵਾਹ ਵਾਹ ਵਾਹ। ਜਿਸ ਦੀ ਆਸ ਤੇ ਹੁੱਬਿਆ ਫਿਰਦਾ, ਇਹ ਵੀ ਬਦਲ ਛੱਟ ਜਾਣਾ ਹੈ। ਮਾਣ ਮਰਤਬੇ ਉੱਚੀ ਕੁਰਸੀ ਪਰ ਛਾਵਾਂ ਹੈ, ਛਾਂ ਨਹੀਂ ਹੁੰਦਾ। ਤੂੰ ਦਰਬਾਨ ਬਿਠਾ ਦਿੱਤੇ ਨੇ ਪੈਰ ਪੈਰ ਤੇ ਚੌਂਕ ਚੁਰਸਤੀ। ਤੂੰ ਦਰਬਾਨ ਬਿਠਾ ਦਿੱਤੇ ਨੇ ਪੈਰ ਪੈਰ ਤੇ ਚੌਂਕ ਚੁਰਸਤੀ। ਤੇਰੇ ਦਿਲ ਦੇ ਨੇੜੇ ਤੇੜੇ, ਇਸੇ ਲਈ ਤਾਂ ਮੈਂ ਨਹੀਂ ਹੁੰਦਾ। ਵਾਹ ਵਾਹ ਵਾਹ, ਬਹੁਤ ਅੱਛੇ ਜੀ। ਤੇਰੇ ਦਿਲ ਦੇ ਨੇੜੇ। ਇਸ ਤਰ੍ਹਾਂ ਪਰਿਕਰਮਾ ਕਰਦੇ ਤੁਰਦਾ ਵੀ ਹੈ, ਥੱਕਦਾ ਵੀ ਹੈ। ਲਿਖਣ ਵਾਲਿਆ, ਪੜ੍ਹਨ ਵਾਲਿਆ, ਤਾਂ ਹੀ ਸਫ਼ਰ ਅਗਾਂਹ ਨਹੀਂ ਹੁੰਦਾ। ਵਾਹ ਵਾਹ ਵਾਹ, ਬਹੁਤ ਅੱਛੇ ਜੀ। ਇਸ ਤਰ੍ਹਾਂ ਪਰਿਕਰਮਾ ਕਰਦੇ ਤੁਰਦਾ ਵੀ ਹੈ, ਥੱਕਦਾ ਵੀ ਹੈ। ਲਿਖਣ ਵਾਲਿਆ, ਪੜ੍ਹਨ ਵਾਲਿਆ, ਤਾਂ ਹੀ ਸਫ਼ਰ ਅਗਾਂਹ ਨਹੀਂ ਹੁੰਦਾ। ਮਾਂ ਤੋਂ ਵਤਨ ਪਿਆਰਾ ਸਾਨੂੰ, ਕਾਫੀ ਵੱਧ ਹੈ ਤੇਰੇ ਨਾਲੋਂ। ਮਾਂ ਤੋਂ ਵਤਨ ਪਿਆਰਾ ਸਾਨੂੰ, ਕਾਫੀ ਵੱਧ ਹੈ ਤੇਰੇ ਨਾਲੋਂ। ਜਿੱਦਾਂ ਤੂੰ ਅਖਵਾਵੇਂ ਜਬਰੀ, ਇਹ ਤਾਂ ਰਿਸ਼ਤਾ ਮਾਂ ਨਹੀਂ ਹੁੰਦਾ। ਵਾਹ ਵਾਹ ਵਾਹ, ਇਹ ਤਾਂ ਰਿਸ਼ਤਾ ਮਾਂ ਨਹੀਂ ਹੁੰਦਾ। ਮਾਂ ਤੋਂ ਵਤਨ ਪਿਆਰਾ ਸਾਨੂੰ, ਬਹੁਤ ਬਹੁਤ ਸੋਹਣਾ ਸ਼ੇਰ ਹੈ ਜੀ। ਕਾਫੀ ਵੱਧ ਹੈ ਤੇਰੇ ਨਾਲੋਂ। ਜਿੱਦਾਂ ਤੂੰ ਅਖਵਾਵੇਂ ਜਬਰੀ, ਇਹ ਤਾਂ ਰਿਸ਼ਤਾ ਮਾਂ ਨਹੀਂ ਹੁੰਦਾ। ਆਜ਼ਾਦੀ ਦਾ ਪਰਚਮ ਸੁੱਚਾ, ਚੰਨ ਸੂਰਜ ਤੋਂ ਕਿਤੇ ਉਚੇਰਾ। ਸਾਡੀ ਬੌਣੀ ਹਸਤੀ ਕੋਲੋਂ ਇੱਕ ਵੀ ਇੰਚ ਉਤਾਂਹ ਨਹੀਂ ਹੁੰਦਾ। ਵਾਹ ਵਾਹ। ਮੇਰੀ ਚੁੱਪ ਦੀ ਅਸਲ ਇਬਾਰਤ, ਪੜ੍ਹਨੀ ਸਿੱਖ ਲੈ ਇੱਕੋ ਵਾਰੀ। ਜੇ ਨਾ ਬੋਲਣਾ ਸਮਝ ਲਿਆ ਕਰ, ਲਫ਼ਜ਼ਾਂ ਕੋਲ ਸਮਾਂ ਨਹੀਂ ਹੁੰਦਾ। ਵਾਹ ਵਾਹ ਵਾਹ, ਜੇ ਨਾ ਬੋਲਣਾ ਸਮਝ। ਮੇਰੀ ਚੁੱਪ ਦੀ ਅਸਲ ਇਬਾਰਤ, ਵਾਹ, ਪੜ੍ਹਨੀ ਸਿੱਖ ਲੈ ਇੱਕੋ ਵਾਰੀ। ਜੇ ਨਾ ਬੋਲਾਂ ਸਮਝ ਲਿਆ ਕਰ, ਲਫ਼ਜ਼ਾਂ ਕੋਲ ਸਮਾਂ ਨਹੀਂ ਹੁੰਦਾ। ਇਹ ਤੂੰ ਕਿੱਧਰ ਤੁਰਿਆ ਫਿਰਦਾ, ਹਰ ਰਿਸ਼ਤੇ ਦਾ ਨਾਂ ਨਹੀਂ ਹੁੰਦਾ। ਕੀ ਦੱਸਾਂ ਸਰਨਾਮਾ ਤੈਨੂੰ, ਮਹਿਕ ਦਾ ਕੋਈ ਗਿਰਾਂ ਨਹੀਂ ਹੁੰਦਾ। ਵਾਹ ਵਾਹ ਵਾਹ। ਇੱਕ ਹੋਰ ਗਜ਼ਲ, ਬਹੁਤ ਸੋਹਣੀ ਗਜ਼ਲ ਜੀ, ਸੁਣਾਓ ਜੀ। ਹੋਰ ਕਿ ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ ਕਰਨਗੇ। ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ ਕਰਨਗੇ। ਜਗ ਦੇ ਦੀਪ ਬੁਝਾ ਕੇ ਡਾਕੂ ਵਿੱਚ ਹਨੇਰੇ ਮਾਰ ਕਰਨਗੇ। ਵਾਹ ਵਾਹ ਵਾਹ। ਬਚ ਜਾਓ ਤੂੰ ਭੋਲੇ ਪੰਛੀ, ਇਹਨਾਂ ਵਾਲੀ ਚੋਕ ਚੁਗੀ ਨਾ। ਬਚ ਜਾਓ ਤੂੰ ਭੋਲੇ ਪੰਛੀ, ਇਹਨਾਂ ਵਾਲੀ ਚੋਕ ਚੁਗੀ ਨਾ। ਬਿਰਖ ਚੀਰ ਕੇ ਇਹ ਵਣਜਾਰੇ ਛਾਵਾਂ ਤੁਰਤ ਲੰਗਾਰ ਕਰਨਗੇ। ਵਾਹ। ਤੇਰੇ ਹੱਥ ਹਥਿਆਰ ਦੇਣਗੇ, ਵੰਨ ਸਵੰਨੇ ਭਰਮ ਭੁਲੇਖੇ। ਹੌਲੀ ਹੌਲੀ ਤੈਨੂੰ ਇੱਦਾਂ ਬੇਖਲਵੀਂ ਮਿਸਮਾਰ ਕਰਨਗੇ। ਤੇਰੀ ਥਾਲੀ ਵਿੱਚੋਂ ਰੋਟੀ ਚੁੱਕ ਲੈਣੀ ਏ ਉੱਡਣੇ ਕਾਵਾਂ। ਤੇਰੀ ਥਾਲੀ ਵਿੱਚੋਂ ਰੋਟੀ ਚੁੱਕ ਲੈਣੀ ਏ ਉੱਡਣੇ ਕਾਵਾਂ। ਤੇਜ਼ ਤਰਾਰੀ ਮੌਤ ਸਵਾਰੀ ਛਾਤਰ ਬਹੁਤ ਖੁਆਰ ਕਰਨਗੇ।
ਵਾਹ ਵਾਹ ਵਾਹ, ਫਿਰ ਇੱਕ ਤੇਰੀ ਥਾਲੀ ਵਿੱਚੋਂ ਰੋਟੀ ਚੁੱਕ ਲੈਣੀ ਏ ਉੱਡਣੇ ਕਾਵਾਂ, ਤੇਜ਼ ਤਰਾਰੇ ਮੌਤ ਸਵਾਰੇ ਸ਼ਾਤਰ ਬਹੁਤ ਖੁਆਰ ਕਰਨਗੇ। ਨਾ ਬਣ ਸਿਰਫ ਮਸ਼ੀਨੀ ਪੁਰਜਾ, ਨਾ ਬਣ ਸਿਰਫ ਮਸ਼ੀਨੀ ਪੁਰਜਾ, ਤੇਰੀ ਹਸਤੀ ਕਿਤੇ ਵਡੇਰੀ, ਪੌਣ ਸਵਾਰ ਕਰਨਗੇ ਤੈਨੂੰ ਮਗਰੋਂ ਸਿਰ ਦੇ ਭਾਰ ਕਰਨਗੇ। ਵਾਹ ਵਾਹ ਵਾਹ, ਪੌਣ ਸਵਾਰ ਕਰਨਗੇ ਤੈਨੂੰ ਮਗਰੋਂ ਸਿਰ ਦੇ ਭਾਰ ਕਰਨਗੇ। ਨੇਤਾ ਜੇ ਅਭਿਨੇਤਾ ਤੈਨੂੰ ਕਹਿ ਖਲਨਾਇਕ ਰੋਲ ਦੇਣਗੇ। ਨੇਤਾ ਜੇ ਅਭਿਨੇਤਾ ਤੈਨੂੰ ਖਲਨਾਇਕ ਕਹਿ ਰੋਲ ਦੇਣਗੇ। ਛੱਜ 'ਚ ਪਾ ਕੇ ਛੱਟਣ ਵਾਲਾ ਬਾਕੀ ਕੰਮ ਅਖਬਾਰ ਕਰਨਗੇ। ਵਾਹ 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 ਵਾਹ, ਨੇਤਾ ਜੇ ਅਭਿਨੇਤਾ ਤੈਨੂੰ ਕਹਿ ਖਲਨਾਇਕ ਰੋਲ ਦੇਣਗੇ। ਛੱਜ 'ਚ ਪਾ ਕੇ ਛੱਟਣ ਵਾਲਾ ਬਾਕੀ ਕੰਮ ਅਖਬਾਰ ਕਰਨਗੇ। ਕੀ ਹੋਇਆ ਤੇ ਕਿੱਕੂ ਹੋਇਆ ਮੀਸਣਿਆਂ ਦੇ ਟੋਲੇ ਆ ਕੇ। ਕੀ ਹੋਇਆ ਤੇ ਕਿੱਕੂ ਹੋਇਆ ਮੀਸਣਿਆਂ ਦੇ ਟੋਲੇ ਆ ਕੇ, ਤੇਰੀ ਲੋਥ ਸਿਰਹਾਣੇ ਬਹਿ ਕੇ ਡੂੰਘੀ ਸੋਚ ਵਿਚਾਰ ਕਰਨਗੇ। ਵਾਹ ਵਾਹ ਵਾਹ, ਕੀ ਹੋਇਆ ਤੇ ਕਿੱਕੂ ਹੋਇਆ ਮੀਸਣਿਆਂ ਦੇ ਟੋਲੇ ਆ ਕੇ, ਤੇਰੀ ਲੋਥ ਸਿਰਹਾਣੇ ਬਹਿ ਕੇ ਡੂੰਘੀ ਸੋਚ ਵਿਚਾਰ ਕਰਨਗੇ। ਹਮਦਰਦੀ ਦਾ ਪਾਠ ਪੜ੍ਹਦੇ ਆ ਮਗਰੋਂ ਇਹ ਸਭ ਭੋਗ ਪਾਉਣਗੇ। ਆਪਣਾ ਪੱਲਾ ਝਾੜਨ ਮਗਰੋਂ ਡਾਢਾ ਅਤਿਆਚਾਰ ਕਰਨਗੇ। ਬੜਾ ਰੋਕਿਆ ਮੁੜਿਆ ਹੀ ਨਾ, ਯਾਰੋ ਸਾਥੋਂ ਹੜਦਾ ਪਾਣੀ, ਹੋਈਆਂ ਤੇ ਅਣਹੋਈਆਂ ਬਾਤਾਂ ਮੇਰੇ ਬਾਰੇ ਯਾਰ ਕਰਨਗੇ। ਮਨ ਮਸਤਕ ਵਿੱਚ ਪਹਿਲਾਂ ਆਪੇ ਜੰਗਲ ਦਾ ਵਿਸਥਾਰ ਕਰਨਗੇ। ਜਗ ਦੇ ਦੀਪ ਬੁਝਾ ਕੇ ਡਾਕੂ ਵਿੱਚ ਹਨੇਰੇ ਮਾਰ ਕਰਨਗੇ। ਲਓ ਜੀ, ਤੁਸੀਂ ਐਡਾ ਸੋਹਣਾ ਕਲਾਮ ਸੁਣ ਰਹੇ ਸੋ ਗੁਰਬਚਨ ਵੀਰ ਜੀ ਦਾ, ਅਤੇ ਅਸੀਂ ਇਹ ਸੰਸਾਂ ਦੇ ਜੋੜੇ ਲਈ ਦੁਆ ਗੋਆਂ ਕਿ ਹਰ ਸਾਲ ਆਉਣ ਔਰ ਇੰਝ ਹੀ ਸਿਰਨ ਵੇਖਦੇ ਰਹੀਏ, ਇੰਝ ਹੀ ਮੁਹੱਬਤਾਂ ਵੰਡਦੇ ਰਹਿਣ, ਅਤੇ ਇਹਦੇ ਨਾਲ ਹੀ ਆਪਣੇ ਮਜਮਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ।